ਪਹਿਲਾਂ ਦਿੱਲੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇੱਕ ਪਾਰਟੀ ਬਣੀ ਤਾਂ ਉਸ ਤੋਂ ਬਾਅਦ ਹੁਣ ਹਰਿਆਣਾ ਦੇ ਵਿੱਚ ਜੋ ਹੈ ਉਹਦੀ ਸਥਾਪਨਾ ਕੀਤੀ ਗਈ ਹੈ, ਕੀ ਲੱਗ ਰਿਹਾ? देखो श्रोमणी अकाली दल बड़ी वड्डी जथेबंदी है, 100 साल हो गए ਉਹਦੇ ਤੇ ਪਰ ਗੱਲ ਇਹ ਵੀ ਹਮੇਸ਼ਾ ਜਿਹੜੀ ਲੀਡਰਸ਼ਿਪ ਹੈ ਨੈਕਸਟ ਲੀਡਰਸ਼ਿਪ ਪੈਦਾ ਕਰਦੀ ਹੈ, ਅਗਲਾ ਵਿਜ਼ਨ ਲੈ ਕੇ ਚੱਲਦੀ ਹੈ। ਤੇ ਮੈਂ ਸਮਝਦਾ ਸ਼੍ਰੋਮਣੀ ਅਕਾਲੀ ਦਲ ਨੇ ਅਗਲਾ ਵਿਜ਼ਨ ਹੀ ਲਿਆ, ਨੈਕਸਟ ਲੀਡਰਸ਼ਿਪ ਤਿਆਰ BC ਜਿਹੜੀ ਥੱਲੇ ਕੁਆਲਿਟੀ ਹੁੰਦੀ ਹੈ, ਜਿਹੜੇ ਅਗਲੀ ਲਾਈਨ ਇੱਕ ਦੂਜੀ ਲਾਈਨ ਹੁੰਦੀ ਹੈ, ਇੱਕ ਥਰਡ ਲਾਈਨ ਹੁੰਦੀ ਹੈ, ਥਰਡ ਲਾਈਨ ਤੱਕ ਤਿਆਰ ਕਰਦੀ ਹੈ। ਤੇ ਉਹਦੇ ਨਾਲ ਕੀ ਹੁੰਦਾ ਵੀ ਇੱਕ ਲੀਡਰਸ਼ਿਪ ਤੋਂ ਬਾਅਦ ਦੂਜੀ ਲੀਡਰਸ਼ਿਪ ਤੱਕ ਜਾਂਦੀ ਹੈ, ਦੂਜੀ ਤੋਂ ਤੀਜੀ ਜਾਂਦੀ ਹੈ। ਮੈਂ ਸਮਝਦਾ ਉਹਨਾਂ ਨੇ ਸ਼ਾਇਦ ਲੀਡਰਸ਼ਿਪ ਨਾ ਤਿਆਰ ਕਰਨ ਦੀ ਜਿਹੜੀ ਗੱਲ ਦੇ ਕਰਕੇ ਅੱਜ ਅਕਾਲੀ ਦਲ ਦਾ ਜਿਹੜਾ ਤਕਰੀਬਨ ਡਾਊਨਫਾਲ ਵੱਲ ਚੱਲ ਰਿਹਾ, ਜਿਹਦੇ ਵਿੱਚ ਪੰਜਾਬ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਾਫੀ ਸੀਟਾਂ ਘੱਟ ਆਈਆਂ। ਜਿਹੜੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਬਹੁਤ ਵੱਡੇ ਲੀਡਰ ਹੈ, ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਗਿਆ। ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ, ਬਿਕਰਮ ਸਿੰਘ ਮਜੀਠੀਆ ਸਾਹਿਬ ਵੱਡੇ ਲੀਡਰ ਹੈ, ਪਰ ਉਹਨਾਂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪੈ ਗਿਆ। ਕਿਤੇ ਨਾ ਕਿਤੇ ਮੈਂ ਸਮਝਦਾ ਕਿ ਜਿਹੜੇ ਲੀਡਰਸ਼ਿਪ ਦੀ ਜਿਹੜੇ ਅਗਵਾਈ ਕਰਨ ਵਾਲੇ ਬੰਦੇ ਦੀ ਉਹਨਾਂ ਦੀ ਸ਼ਾਇਦ ਕਮੀ ਰਹਿ ਗਈ ਉਹਨਾਂ ਦੇ ਕੋਲੋਂ। ਸਤਿ ਸ਼੍ਰੀ ਅਕਾਲ ਜੀ, D5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਕੁਲਬੀਰ ਰਾਹੀ। ਸ਼੍ਰੋਮਣੀ ਅਕਾਲੀ ਦਲ ਪਹਿਲਾਂ ਦਿੱਲੀ ਦੇ ਵਿੱਚ ਉਹਦੀ ਸਥਾਪਨਾ ਹੋਈ, ਉਸ ਤੋਂ ਬਾਅਦ ਹਰਿਆਣਾ ਦੇ ਵਿੱਚ ਜੋ ਹੈ ਇੱਕ ਨਵਾਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਣ ਗਿਆ। ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਆਗੂ ਜਿਹੜੇ ਹੁਣ ਭਾਜਪਾ ਦੇ ਪ੍ਰਵਕਤਾ ਨੇ, ਗੁਰਦੀਪ ਸਿੰਘ ਗੋਸ਼ਾ ਸਾਡੇ ਨਾਲ ਨੇ। ਲੰਬੇ ਸਮੇਂ ਤੱਕ ਜਿਹੜੇ ਨੇ ਅਕਾਲੀ ਦਲ ਦੇ ਵਿੱਚ ਰਹੇ ਨੇ, ਵੱਡੇ ਲੀਡਰ ਰਹੇ ਨੇ ਅਕਾਲੀ ਦਲ ਦੇ। ਤੇ ਗੱਲਬਾਤ ਕਰਦੇ ਹਾਂ। ਗੋਸ਼ਾ ਜੀ, ਪਹਿਲਾਂ ਤਾਂ ਤੁਹਾਡਾ ਸਵਾਗਤ ਹੈ D5 ਚੈਨਲ। ਸਤਿ ਸ਼੍ਰੀ ਅਕਾਲ ਜੀ, D5 ਚੈਨਲ ਦੇ ਸਾਰੇ ਸਰੋਤਿਆਂ ਦਾ ਰਾਹੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਗੋਸ਼ਾ ਜੀ, ਤੁਸੀਂ ਤੇ ਅਕਾਲੀ ਦਲ ਦੇ ਲੰਬੇ ਸਮੇਂ ਤੱਕ ਜੁੜੇ ਰਹੇ ਹੋ, ਜ਼ਿਲ੍ਹਾ ਪ੍ਰਧਾਨ ਵੀ ਰਹੇ ਹੋ ਤੁਸੀਂ ਯੂਥ ਦੇ ਲੁਧਿਆਣਾ ਦੇ। ਤੇ ਕਿਸ ਤਰ੍ਹਾਂ ਦੇਖਦੇ ਹੋ ਕਿ ਹੁਣ ਲਗਾਤਾਰ ਜੋ ਹੈ ਪਹਿਲਾਂ ਦਿੱਲੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇੱਕ ਪਾਰਟੀ ਬਣੀ ਤਾਂ ਉਸ ਤੋਂ ਬਾਅਦ ਹੁਣ ਹਰਿਆਣਾ ਦੇ ਵਿੱਚ ਜੋ ਹੈ ਉਹਦੀ ਸਥਾਪਨਾ ਕੀਤੀ ਗਈ ਹੈ, ਕੀ ਲੱਗ ਰਿਹਾ? ਦੇਖੋ ਸ਼੍ਰੋਮਣੀ ਅਕਾਲੀ ਦਲ ਬੜੀ ਵੱਡੀ ਜਥੇਬੰਦੀ ਹੈ, 100 ਸਾਲ ਹੋ ਗਏ ਉਹਦੇ ਤੇ ਪਰ ਗੱਲ ਇਹ ਵੀ ਹਮੇਸ਼ਾ ਜਿਹੜੀ ਲੀਡਰਸ਼ਿਪ ਹੈ ਨੈਕਸਟ ਲੀਡਰਸ਼ਿਪ ਪੈਦਾ ਕਰਦੀ ਹੈ, ਅਗਲਾ ਵਿਜ਼ਨ ਲੈ ਕੇ ਚੱਲਦੀ ਹੈ। ਤੇ ਮੈਂ ਸਮਝਦਾ ਸ਼੍ਰੋਮਣੀ ਅਕਾਲੀ ਦਲ ਨੇ ਅਗਲਾ ਵਿਜ਼ਨ ਹੀ ਲਿਆ, ਨੈਕਸਟ ਲੀਡਰਸ਼ਿਪ ਤਿਆਰ BC ਜਿਹੜੀ ਥੱਲੇ ਕੁਆਲਿਟੀ ਹੁੰਦੀ ਹੈ, ਜਿਹੜੇ ਅਗਲੀ ਲਾਈਨ ਇੱਕ ਦੂਜੀ ਲਾਈਨ ਹੁੰਦੀ ਹੈ, ਇੱਕ ਥਰਡ ਲਾਈਨ ਹੁੰਦੀ ਹੈ, ਥਰਡ ਲਾਈਨ ਤੱਕ ਤਿਆਰ ਕਰਦੀ ਹੈ। ਤੇ ਉਹਦੇ ਨਾਲ ਕੀ ਹੁੰਦਾ ਵੀ ਇੱਕ ਲੀਡਰਸ਼ਿਪ ਤੋਂ ਬਾਅਦ ਦੂਜੀ ਲੀਡਰਸ਼ਿਪ ਤੱਕ ਜਾਂਦੀ ਹੈ, ਦੂਜੀ ਤੋਂ ਤੀਜੀ ਜਾਂਦੀ ਹੈ। ਮੈਂ ਸਮਝਦਾ ਉਹਨਾਂ ਨੇ ਸ਼ਾਇਦ ਲੀਡਰਸ਼ਿਪ ਨਾ ਤਿਆਰ ਕਰਨ ਦੀ ਜਿਹੜੀ ਗੱਲ ਦੇ ਕਰਕੇ ਅੱਜ ਅਕਾਲੀ ਦਲ ਦਾ ਜਿਹੜਾ ਤਕਰੀਬਨ ਡਾਊਨਫਾਲ ਵੱਲ ਚੱਲ ਰਿਹਾ, ਜਿਹਦੇ ਵਿੱਚ ਪੰਜਾਬ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਾਫੀ ਸੀਟਾਂ ਘੱਟ ਆਈਆਂ। ਉਹ ਘੱਟ ਹੋਇਆ, ਵੱਡੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਬਹੁਤ ਵੱਡੇ ਲੀਡਰ ਹੈ, ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਗਿਆ। ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ, ਬਿਕਰਮ ਸਿੰਘ ਮਜੀਠੀਆ ਸਾਹਿਬ ਵੱਡੇ ਲੀਡਰ ਹੈ, ਪਰ ਉਹਨਾਂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪੈ ਗਿਆ। ਕਿਤੇ ਨਾ ਕਿਤੇ ਮੈਂ ਸਮਝਦਾ ਕਿ ਜਿਹੜੇ ਲੀਡਰਸ਼ਿਪ ਦੀ ਜਿਹੜੀ ਅਗਵਾਈ ਕਰਨ ਵਾਲੇ ਬੰਦੇ ਦੀ ਉਹਨਾਂ ਦੀ ਸ਼ਾਇਦ ਕਮੀ ਰਹਿ ਗਈ ਉਹਨਾਂ ਦੇ ਕੋਲੋਂ। ਤੇ ਜਿਸ ਕਰਕੇ ਕਾਫੀ ਅਕਾਲੀ ਦਲ ਦੇ ਜਿਹੜੇ ਲੋਕ ਹੈ, ਮੈਂ ਸਮਝਦਾ ਕਾਫੀ ਜਿਹੜੇ ਚੰਗੇ ਲੋਕ ਸੀਗੇ, ਜਿਹੜੇ ਸਮਾਜ ਦੀ ਸੇਵਾ ਕਰਦੇ ਸੀ, ਉਹ ਜਾ ਚੁੱਕੇ। ਜਿਸ 'ਚ ਮੈਂ ਸਮਝਦਾ ਮਨਜਿੰਦਰ ਸਿੰਘ ਸਿਰਸਾ, ਹਰਮੀਤ ਸਿੰਘ ਕਾਲਕਾ ਜੀ, ਪਰਮਿੰਦਰ ਸਿੰਘ ਬਰਾੜ ਜੀ। ਹੁਣ ਦਿੱਲੀ ਦੇ ਵਿੱਚ ਹਰਮੀਤ ਸਿੰਘ ਕਾਲਕਾ ਜੀ ਸ਼੍ਰੋਮਣੀ ਕਮੇਟੀ ਦੇ ਦਿੱਲੀ ਦੇ ਪ੍ਰਧਾਨ ਸੀਗੇ, ਉਹ ਵੀ ਕਮੇਟੀ ਤੋਂ ਅਲੱਗ ਹੋ ਗਏ, ਹੁਣ ਹਰਿਆਣੇ ਦੇ ਵਿੱਚ ਅਲੱਗ ਹੋ ਗਿਆ। ਤੇ ਇਹ ਤਾਂ ਇਹਨਾਂ ਦੀਆਂ ਵਿੱਚ ਕਮੀਆਂ ਹੋ ਗਈਆਂ ਨਾ। ਇਹ ਤਾਂ ਜਿਹੜੀ ਹੁਣ ਜਿਹੜੀ ਇੰਟਰਨਲ ਗੱਲਾਂ ਆ ਉਹ ਦੇਖਣ। ਮੇਰੇ ਹਿਸਾਬ ਨਾਲ ਜਿਹੜੀ ਨੈਕਸਟ ਲੀਡਰਸ਼ਿਪ ਤਿਆਰ ਨਹੀਂ ਕੀਤੀ, ਜਿਹੜੀ ਮੈਂ ਸਮਝਦਾ ਕਿ ਪਰਿਵਾਰ ਤੱਕ ਸਿਰਫ ਆਪਾਂ ਸੀਮਤ ਕੀਤਾ। ਤੇ ਪਰਿਵਾਰ ਤੋਂ ਠੀਕ ਹੈ, ਜਿਸ 'ਚ ਕੋਈ ਕਾਬਲੀਅਤ ਹੈ, ਉਹਦਾ ਪੁੱਤ ਕੋਈ ਵੀ ਜੇ ਕੋਈ ਵੱਡਾ ਲੀਡਰ ਹੈ, ਉਹਦਾ ਪੁੱਤ ਲੀਡਰਸ਼ਿਪ 'ਚ ਆ ਸਕਦਾ, ਕਿਉਂ ਨਹੀਂ ਆ ਸਕਦਾ? ਜਿਹਦੇ 'ਚ ਕਾਬਲੀਅਤ ਹੈ ਆ ਸਕਦਾ। ਜੇ ਪ੍ਰਕਾਸ਼ ਸਿੰਘ ਬਾਦਲ ਸਾਹਿਬ 'ਚ ਕਾਬਲੀਅਤ ਸੀ, ਉਹਨਾਂ ਨੇ ਲੀਡਰਸ਼ਿਪ ਕੀਤੀ ਆ, ਉਹਨਾਂ ਨੇ ਲੀਡਰਸ਼ਿਪ ਤਿਆਰ ਵੀ ਕੀਤੀ ਹੈ। ਜੇ ਸੁਖਬੀਰ ਸਿੰਘ ਬਾਦਲ ਸਾਹਿਬ ਵੀ ਉਸੇ ਰਾਹ 'ਤੇ ਚੱਲਦੇ ਅਗਲੀ ਲੀਡਰਸ਼ਿਪ ਤਿਆਰ ਕਰਦੇ ਤਾਂ ਮੈਂ ਸਮਝਦਾ ਸੀ ਬਹੁਤ ਵਧੀਆ ਰਹਿਣਾ ਸੀਗਾ ਉਹਨਾਂ ਵਾਸਤੇ। ਪਰ ਸਮਝਦੇ ਹੋ ਵੀ ਇਹ ਵੀ ਪਰਮਾਤਮਾ ਦੇ ਹੱਥ ਹੈ ਸਾਰੀਆਂ ਚੀਜ਼ਾਂ। ਤੇ ਮੈਂ ਸਮਝਦਾ ਅੱਜ ਅਕਾਲੀ ਦਲ, ਮੈਂ ਬਾਰ-ਬਾਰ ਕਹਿਣਾ ਵੀ ਇਕੱਲਾ ਦਲ ਦੇ ਨਾਲ ਅਕਾਲੀ ਨਹੀਂ ਹੁੰਦਾ। ਅਕਾਲੀ ਇੱਕ ਸ਼ਬਦ ਬਹੁਤ ਵੱਡਾ, ਇੱਕ ਬੜਾ ਪਵਿੱਤਰ ਜਿਹਾ ਸ਼ਬਦ ਹੈ ਅਕਾਲੀ। ਅਕਾਲ ਪੁਰਖ ਦਾ, ਪਰਮਾਤਮਾ ਦਾ ਇੱਕ ਬੰਦਾ ਅਕਾਲੀ ਦਾ ਮਤਲਬ ਇਹ ਹੁੰਦਾ। ਤੇ ਉਹ ਤਾਂ ਕਿਸੇ ਪਾਰਟੀ 'ਚ ਵੀ ਰਹਿ ਕੇ ਸੇਵਾ ਕਰ ਸਕਦਾ। ਹੁਣ ਜਿੱਦਾਂ ਤੁਸੀਂ ਦੇਖ ਲਓ ਵੀ ਹਰਿਆਣੇ ਤੱਕ ਜਾਂ ਦਿੱਲੀ ਤੱਕ ਦੀ ਗੱਲ ਆਪਾਂ ਕਰ ਲਈਏ, ਹੁਣ ਯੂਪੀ 'ਚ ਕਿਹੜਾ ਅਕਾਲੀ ਦਲ ਹੈ, ਹਿਮਾਚਲ 'ਚ ਕਿਹੜਾ ਅਕਾਲੀ ਦਲ ਹੈ, ਹੋਰ ਸਟੇਟਾਂ ਫੋਰਨ ਦੇ ਵਿੱਚ ਇੰਨੀਆਂ ਕੰਟਰੀਆਂ, ਯੂਰਪ ਦੀਆਂ ਕੰਟਰੀਆਂ, ਇੰਗਲੈਂਡ, ਕੈਨੇਡਾ, ਅਮਰੀਕਾ, ਇੱਥੇ ਕਿਹੜਾ ਅਕਾਲੀ ਦਲ? ਉੱਥੇ ਵੀ ਤਾਂ ਸਿੱਖ ਵਸ ਰਹੇ ਨਾ, ਉੱਥੇ ਵੀ ਤਾਂ ਆਪਣਾ ਕੰਮ ਕਰ ਰਹੇ ਆ। ਤੇ ਪਰ ਮੈਂ ਇਹ ਸਮਝਦਾ ਸੀ ਵੀ ਜਿਹੜੇ ਇਹਨਾਂ ਦੀਆਂ ਘਾਲਨਾਵਾਂ ਸੀਗੀਆਂ, ਜਿਹੜਾ ਇਹਦਾ ਗਠਨ ਦਾ ਕਾਰਨ ਸੀਗਾ, ਮੂਲ ਸਿਧਾਂਤ ਸੀਗੇ, ਜਿਸ ਸਿਧਾਂਤਾਂ 'ਤੇ ਆਪਾਂ ਨੂੰ ਪਹਿਰਾ ਦੇਣਾ ਚਾਹੀਦਾ ਸੀਗਾ, ਉਸ ਪਹਿਰਾ ਤੋਂ ਸ਼ਾਇਦ ਮੈਂ ਸਮਝਦਾ ਵੀ ਕਿਤੇ ਨਾ ਕਿਤੇ ਆਪਾਂ ਖੁੱਸ ਗਏ। ਜਿਹੜੇ ਆਪਾਂ ਆਪਣੀ ਪੰਥ ਦੇ ਵਿੱਚ
ਸ਼ਾਇਦ ਉਹ ਵਿਸ਼ਵਾਸ ਆਪਾਂ ਬਣਾ ਨਹੀਂ ਪਾਏ। ਤੇ ਇਹ ਤਾਂ ਇਹਨਾਂ ਨੂੰ ਐਨਾਲਿਸਿਸ ਕਰਨ ਦੀ ਜ਼ਰੂਰਤ ਹੈ। ਪਿੱਛੇ ਵੀ ਤੁਸੀਂ ਦੇਖਿਆ ਸੀਗਾ ਵੀ ਕਿਸ ਤਰ੍ਹਾਂ ਇਹਨਾਂ ਨੇ ਧੁੰਦਾ ਕਮੇਟੀ ਬਣਾਈ, ਉਸ ਤੋਂ ਬਾਅਦ ਝੁੰਦਾ ਕਮੇਟੀ ਦੇ ਬਾਅਦ ਕਿਸ ਤਰ੍ਹਾਂ ਮਨਪ੍ਰੀਤ ਸਿੰਘ ਯਾਲੀ ਵਰਗੇ ਜਾਂ ਹੋਰ ਜਿਹੜੇ ਚੰਦੂ ਮਾਜਰਾ ਜੀ ਵਰਗੇ ਜਿਹੜੇ ਅਲੱਗ ਇੱਕ ਗਰੁੱਪ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਤੇ ਇਹ ਤਾਂ ਇਹਨਾਂ ਨੂੰ ਆਪਣੀ ਕਮਜ਼ੋਰੀਆਂ ਨੂੰ ਠੀਕ ਕਰਨਾ ਚਾਹੀਦਾ। ਕਿਉਂਕਿ ਆਪਾਂ ਜੇ ਕਮਜ਼ੋਰੀਆਂ ਤੇ ਠੀਕ ਨਹੀਂ ਕਰਾਂਗੇ ਤੇ ਫਿਰ ਮੈਂ ਸਮਝਦਾ ਕਿ ਉਹ ਪਾਰਟੀ ਦਾ ਹਮੇਸ਼ਾ ਡਾਊਨਫਾਲ ਹੀ ਚੱਲੂਗਾ। ਹੁਣ ਭਾਰਤੀ ਜਨਤਾ ਪਾਰਟੀ ਦੀ ਖੂਬਸੂਰਤੀ ਦੇਖ ਲਓ। ਭਾਰਤੀ ਜਨਤਾ ਪਾਰਟੀ ਦੇ ਵਿੱਚ ਕਾਬਲੀਅਤ ਵਾਲੇ ਬੰਦੇ ਅੱਗੇ ਆਉਂਦੇ। ਸਾਡੇ ਕੋਲ ਲੀਡਰਸ਼ਿਪ ਹੈ, ਸਾਡੇ ਕੋਲ A ਕਲਾਸ ਦੀ ਲੀਡਰਸ਼ਿਪ ਵੀ ਹੈ, B ਵੀ ਹੈ, C ਵੀ ਹੈ, D ਵੀ ਹੈ। ਅਸੀਂ ਅਗਲਾ ਵਿਜ਼ਨ ਲੈ ਕੇ ਚੱਲਦੇ ਹਾਂ, ਅਗਲਾ 100 ਸਾਲ ਦਾ ਵਿਜ਼ਨ ਲੈ ਕੇ ਚੱਲੇ ਹੋਏ ਆ, ਜਿਹਦੇ ਵਿੱਚ ਅਸੀਂ ਨਵੇਂ ਬੰਦਿਆਂ ਨੂੰ ਚਾਂਸ ਦਿੰਦੇ। ਹੁਣ ਤੁਸੀਂ ਦੇਖੋ ਜਿਹੜੇ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਰਾਸ਼ਟਰਪਤੀ ਬਣੇ ਆ, ਕੋਈ ਸੋਚ ਸਕਦਾ ਸੀ ਆਦੀਵਾਸੀਆਂ ਨੂੰ ਕਿਸੇ ਨੇ ਦੇਖਿਆ ਨਹੀਂ ਸੀਗਾ। ਆਦੀਵਾਸੀਆਂ ਜਿਹੜੇ ਇੱਕ ਆਦੀਵਾਸੀ ਇੱਕ ਔਰਤ ਸਮਾਜ ਲਈ ਇੱਕ ਬੜੀ ਵੱਡੀ ਗੱਲ ਹੋਈ ਹੈ। ਉਹ ਇੱਕ ਤੀਜੀ ਗੱਲ ਹੈ ਵੀ ਇੱਕ ਗਰੀਬ ਪਰਿਵਾਰ, ਬਿਲਕੁਲ ਗਰੀਬ ਪਰਿਵਾਰ ਦੇ ਵਿੱਚੋਂ ਉੱਪਰ ਗਿਆ ਰਾਸ਼ਟਰਪਤੀ ਬਣੇ। ਨਰਿੰਦਰ ਮੋਦੀ ਜੀ ਦੀ ਗੱਲ ਕਰ ਲੈਂਦੇ ਆ, ਜਿਨ੍ਹਾਂ ਨੇ ਕਹਿੰਦੇ ਵੀ ਚਾਹ ਵੀ ਵੇਚਦੇ ਰਹੇ ਤੇ ਉਹ ਪ੍ਰਧਾਨ ਮੰਤਰੀ ਕੁਰਸੀ ਤੱਕ ਪਹੁੰਚਿਆ। ਖੱਟਰ ਸਾਹਿਬ ਦੇਖ ਲਓ ਤੁਸੀਂ, CM ਤੋਂ ਪਹਿਲਾਂ ਉਹਨਾਂ ਨੂੰ ਕੋਈ ਇਹ ਨਹੀਂ ਜਾਣਦਾ ਸੀ ਕਿ ਇਹ CM ਦੇ ਅਹੁਦੇਦਾਰ ਹੋਣਗੇ। ਉਹ ਇੱਦਾਂ ਦੇ ਕਈ ਆ। ਧਾਮੀ ਸਾਹਿਬ ਉੱਤਰਾਖੰਡ 'ਚ ਦੇਖ ਲਓ, ਹਾਰ ਦੇ ਬਾਵਜੂਦ ਵੀ ਉਹਨਾਂ ਨੂੰ CM ਦਾ ਪਦ ਦਿੱਤਾ ਗਿਆ, ਕਿਉਂਕਿ ਸਾਡੇ ਵਾਸਤੇ ਸਰਕਾਰ ਬਣਾਉਣਾ ਵੱਡੀ ਗੱਲ ਨਹੀਂ ਹੈ। ਸਾਡੇ ਵਾਸਤੇ ਦੇਸ਼ ਲਈ, ਆਪਣੀ ਸਟੇਟ ਲਈ, ਆਪਣੇ ਲੋਕਾਂ ਦੇ ਭਲੇ ਲਈ ਕੰਮ ਕਰਨਾ ਜ਼ਰੂਰੀ ਹੈ। ਤੇ ਮੈਂ ਸਮਝਦਾ ਲੋਕਾਂ ਦੇ ਭਲੇ ਲਈ ਜੇ ਕੰਮ ਕੀਤਾ ਜਾਵੇ ਤੇ ਲੋਕ ਪਿਆਰ ਦਿੰਦੇ ਆ। ਜਦੋਂ ਆਪਾਂ ਸਿਰਫ ਆਪਣੇ ਆਪ ਤੱਕ ਸੀਮਤ ਰਹਿ ਜਾਂਦੇ ਆ, ਆਪਣੀ ਲੀਡਰਸ਼ਿਪ ਤੱਕ ਸੀਮਤ ਰਹਿੰਦੇ, ਉਹ ਮਾੜੀ ਗੱਲ ਹੁੰਦੀ ਹੈ। ਮੈਂ ਦੇਖੋ ਰਾਈ ਸਾਹਿਬ ਤੁਹਾਡੇ ਚੈਨਲ ਰਾਹੀਂ D5 ਰਾਹੀਂ ਇੱਕ ਬੇਨਤੀ ਕਰਨਾ ਚਾਹੁੰਦਾ ਲੋਕਾਂ ਨੂੰ। ਦੇਖੋ 3 ਖਿੱਤੇ ਹੈ, 3-4 ਖਿੱਤੇ ਹੈ ਜਿਹਦੇ ਨਾਲ ਸਮਾਜ ਦੀ ਰਚਨਾ ਹੁੰਦੀ ਹੈ। ਇੱਕ ਨੇਤਾਗਣ ਹੈ, ਇੱਕ ਬਿਊਰੋਕਰੈਟਸ ਹੈ ਜਿਹਦੇ ਵਿੱਚ ਅਧਿਕਾਰੀ ਹਰ ਤਰ੍ਹਾਂ ਦੇ ਆ ਜਾਂਦੇ ਆ, ਤੀਜਾ ਇੱਕ ਪਿੱਲਰ ਹੈਗਾ ਪ੍ਰੈਸ ਦਾ ਪਿੱਲਰ। ਇਹ ਜਿਹੜੇ 3 ਪਿੱਲਰ ਹੈ ਨਾ, ਇਹਨਾਂ ਦੇ ਉੱਤੇ ਹੀ ਸਾਰਾ ਸਮਾਜ ਟਿਕਿਆ। ਚੌਥਾ ਸਮਾਜ ਤਾਂ ਆਇਆ। ਇਹ ਸਮਾਜ ਨੂੰ ਆਪਣਾ ਕੰਮ ਕਰਨਾ ਚਾਹੀਦਾ। ਇੱਕ ਪਿੱਲਰ ਹੋਰ ਹੈਗਾ ਐਡਵੋਕੇਟ, ਜਿੱਤੇ ਲੋਕੀ ਭਰੋਸਾ ਕਰਦੇ। ਹੁਣ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਕਿਤੇ ਨਾ ਕਿਤੇ ਆਪਾਂ ਨੂੰ ਨਿਗਾਰ ਦੇਖਣ ਨੂੰ ਮਿਲ ਰਿਹਾ, ਲੋਕੀ ਵਿਸ਼ਵਾਸ ਨਹੀਂ ਕਰਦੇ ਪਏ। ਹੁਣ ਆਪਾਂ ਨੂੰ ਇਸ ਪ੍ਰਤੀ ਪ੍ਰੈਸ ਵਾਲਿਆਂ ਦੀ ਜ਼ਿੰਮੇਵਾਰੀ ਵੀ ਹੈ, ਲੀਡਰਾਂ ਦੀ ਜ਼ਿੰਮੇਵਾਰੀ ਵੀ ਹੈ, ਐਡਵੋਕੇਟ ਦੀ ਜ਼ਿੰਮੇਵਾਰੀ ਵੀ ਹੈ, ਤੇ ਨਾਲ ਬਿਊਰੋਕਰੇਟਸ ਦੀ ਜ਼ਿੰਮੇਵਾਰੀ। ਤੇ ਪੰਜਵਾਂ ਪਿੱਲਰ ਜਿਹੜਾ ਮੈਂ ਕਹਿੰਦਾ ਸਮਾਜ। ਸਾਰਿਆਂ ਨੂੰ ਆਪਣੀ ਆਪਣੀ ਜ਼ਿੰਮੇਵਾਰੀ। ਹੁਣ ਜੇ ਆਪਾਂ ਕਈ ਵਾਰੀ ਕਸੂਰ ਕਰ ਦਿੰਦੇ ਹਾਂ ਵੀ ਫਲਾਣੇ ਕਸੂਰਵਾਰ ਆ ਲੀਡਰ। ਹੁਣ ਜਦੋਂ ਜੇ ਕਈ ਵਾਰੀ ਆਪਾਂ ਦੇਖਦੇ 55% ਵੋਟਾਂ ਪਈਆਂ ਹੁੰਦੀਆਂ, 45% ਪੈਂਦੀਆਂ ਨਹੀਂ। ਤੇ ਜੇ 45% ਵੋਟਾਂ ਨਹੀਂ ਪੈਂਦੀਆਂ ਤੇ ਫਿਰ ਤਾਂ ਜ਼ਿੰਮੇਵਾਰ ਉਹ ਵੀ ਹੈਗੇ ਨਾ ਨਾਲ। ਜੇ ਆਪਾਂ 100% ਵੋਟ ਹੋਊਗੀ ਤੇ ਫਿਰ ਉਹਨਾਂ ਨੇ ਆਪਣਾ ਚੁਣਿਆ ਹੋਇਆ ਨੁਮਾਇੰਦਾ ਅੱਗੇ ਆਊਗਾ। ਗੱਲ ਕਰਦੇ ਹਾਂ ਸੁਖਬੀਰ ਸਿੰਘ ਬਾਦਲ ਦੀ, ਕਾਫੀ ਵਿਰੋਧ ਹੋ ਰਿਹਾ ਉਹਨਾਂ ਦਾ। ਪ੍ਰਧਾਨਗੀ ਤੋਂ ਵੀ ਹਟਾਉਣ ਦੀ ਜੋ ਮੰਗ ਚੱਲਦੀ ਪਈ ਸੀ, ਕੋਸ਼ਿਸ਼ ਵੀ ਕੀਤੀ ਗਈ, ਲੇਕਿਨ ਉਹ ਸੀਟ ਛੱਡਣ ਨੂੰ ਤਿਆਰ ਨਹੀਂ। ਮਤਲਬ ਪਰਿਵਾਰਵਾਦ ਜਿਹੜਾ ਬਾਦਲ ਪਰਿਵਾਰ ਜਿਹੜਾ ਉਹ ਆਪਣੇ ਕਬਜ਼ੇ ਵਿੱਚ ਰੱਖਣਾ ਚਾਹੁੰਦਾ, ਤਾਂ ਕਰਕੇ ਜਿਹੜੇ ਟੁੱਟ ਹੋ ਰਹੀ ਹੈ ਬਾਦਲ। ਦੇਖੋ ਮੈਂ ਉਹਨਾਂ ਦੀ ਪਰਸਨਲ ਗੱਲ ਦੇ ਵਿੱਚ ਬਿਆਨ ਨਹੀਂ ਦੇਣਾ ਚਾਹੁੰਦਾ। ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਰਹਿਣ, ਕੋਈ ਹੋਰ ਪ੍ਰਧਾਨ ਰਵੇ, ਮਤਲਬ ਪ੍ਰਧਾਨਗੀਆਂ ਦਾ ਨਹੀਂ ਗਾ। ਮਤਲਬ ਇਹ ਹੈ ਕਿ ਅਸੀਂ ਆਪਣੇ ਸਮਾਜ ਦੀ, ਆਪਣੇ ਪਾਰਟੀ ਦੀ, ਆਪਣੇ ਲੋਕਾਂ ਦਾ ਭਲਾ ਕਿੱਦਾਂ ਕਰ ਸਕਦੇ ਹਾਂ। ਇਹ ਮੁੱਦਾ ਜਦੋਂ ਆਪਾਂ ਲੈ ਕੇ ਚੱਲਾਂਗੇ ਨਾ, ਦੇਖੋ ਮੈਂ ਬਾਰ-ਬਾਰ ਇਹ ਕਹਿਣਾ ਹੁੰਦਾ, ਆਪਣੇ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ ਬੰਦੇ ਨੂੰ। ਆਪਣੇ ਅਹੁਦਿਆਂ ਪ੍ਰਤੀ, ਆਪਣੇ ਪ੍ਰਤੀ ਨਹੀਂ ਜ਼ਿਆਦਾ ਹੋਣੀ ਚਾਹੀਦੀ ਗੱਲ, ਲੋਕਾਂ ਦੇ ਪ੍ਰਤੀ। ਜੇ ਵੀ ਲੋਕਾਂ ਦਾ ਇਹ 'ਚ ਫਾਇਦਾ ਕਿਹਦੇ 'ਚ ਹੁੰਦਾ, ਜਿਹ 'ਚ ਫਾਇਦਾ ਹੁੰਦਾ ਉਹ ਕਰ ਦੇਣਾ ਚਾਹੀਦਾ। ਇਹ ਤਾਂ ਹੁਣ ਪਾਰਟੀ ਸੋਚੇ, ਪਾਰਟੀ ਦੇ ਇਹਨਾਂ ਨੇ ਆਪਣੇ ਇੰਟਰਨਲੀ ਸਰਵੇ ਕੀਤਾ, ਲੋਕਾਂ ਨੂੰ ਮਿਲੇ, ਆਪਣੇ ਅਕਾਲੀ ਦਲ ਦੇ ਲੋਕਾਂ ਨੂੰ। ਜੇ ਕੋਈ ਨਾਰਾਜ਼ ਸੀ ਤਾਂ ਇਹਨਾਂ ਨੇ ਨਾਰਾਜ਼ਗੀ ਦੂਰ ਕਰਦੇ ਤਾਂ ਜ਼ਿਆਦਾ ਬੈਟਰ ਸੀ। ਸਾਡਾ ਮੁੱਦਾ ਹੈ ਅਸੀਂ ਆਪਣੀ ਪਾਰਟੀ ਵੱਲ ਧਿਆਨ ਦੇ ਰਹੇ ਹਾਂ, ਅਸੀਂ ਆਪਣੇ ਚੰਗੇ ਬੰਦੇ ਆ ਰਹੇ। ਹੁਣ ਅੱਜ ਤੁਸੀਂ ਕਾਂਗਰਸ ਦਾ ਹਾਲ ਦੇਖ ਲਓ, ਪਰਿਵਾਰਵਾਦ ਸੀ ਨਾ, ਕਾਂਗਰਸ ਕਿੱਥੇ ਪਹੁੰਚ ਗਈ ਹੈ। ਨਹਿਰੂ ਸਾਹਿਬ ਤੋਂ ਬਾਅਦ ਇੰਦਰਾ ਗਾਂਧੀ ਜੀ ਆ ਗਏ, ਇੰਦਰਾ ਗਾਂਧੀ ਬਾਅਦ ਰਾਹੁਲ ਗਾਂਧੀ ਜੀ ਆ ਗਏ, ਰਾਜੀਵ ਗਾਂਧੀ ਜੀ ਆ ਗਏ, ਫਿਰ ਰਾਹੁਲ ਗਾਂਧੀ ਜੀ ਆ ਗਏ, ਸੋਨੀਆ ਗਾਂਧੀ ਜੀ ਆ ਗਏ। ਉਹ ਪਰਿਵਾਰ ਹੀ ਚੱਲੀ ਜਾਂਦਾ, ਇੱਕ ਪਰਿਵਾਰ ਦੀ ਰਾਜ। ਹੁਣ ਇੱਕ ਬੰਦਾ, ਮੈਂ ਕਿਸੇ ਦਾ ਨਾਮ ਨਹੀਂ ਲੈਂਦਾ, ਇੱਕ ਮੇਰਾ ਦੋਸਤ ਫੋਰਨ ਤੋਂ ਆਇਆ, ਕਹਿੰਦਾ ਯਾਰ ਫਲਾਣਾ ਲੀਡਰ, ਮੈਂ ਜਦੋਂ ਅਕਾਲੀ ਦਲ 'ਚ ਸੀਗਾ, ਮੈਨੂੰ ਕਹਿੰਦਾ ਯਾਰ ਫਲਾਣਾ ਲੀਡਰ ਇਲੈਕਸ਼ਨ ਲੜ ਰਿਹਾ। ਮੈਂ ਕਿਹਾ ਹਾਂਜੀ ਲੜ ਰਿਹਾ ਜੀ। ਕਹਿੰਦਾ ਯਾਰ 30 ਸਾਲ ਪਹਿਲਾਂ ਵੀ ਲੜ ਰਿਹਾ ਸੀ। ਇਹ ਮੈਨੂੰ ਬੜੀ ਗੱਲ ਉਹਦੀ ਵੱਜੀ ਵੀ ਵਾਕਈ ਗੱਲ ਤਾਂ ਠੀਕ ਆ ਵੀ 30 ਸਾਲ ਪਹਿਲਾਂ ਵੀ ਇਹੀ ਲੜ ਰਿਹਾ ਸੀ। ਕਿ ਉਸ ਤੋਂ ਬਾਅਦ ਕੋਈ ਇਹੋ ਜਿਹਾ ਸੁਚੱਜਾ ਲੀਡਰ ਸ਼ਹਿਰ ਦੇ ਵਿੱਚੋਂ ਨਿਕਲਿਆ ਨਹੀਂ ਵੀ ਜਿਹੜਾ 30 ਸਾਲ ਦੇ ਵਿੱਚ ਵੀ ਨਹੀਂ, ਆਪਾਂ 30 ਸਾਲ ਦੇ ਵਿੱਚ ਵੀ ਨਵਾਂ ਬੰਦਾ ਨਹੀਂ ਆਪਾਂ ਉੱਥੇ ਲਿਆ ਕੇ ਦੇ ਸਕੇ, ਇਟ ਮੀਨਸ ਕਿ ਫਿਰ ਤਾਂ ਕਮਜ਼ੋਰੀ ਆਪਣੀ ਹੈ ਨਾ। ਆਪਾਂ ਪੁਰਾਣੇ ਬੰਦਿਆਂ ਨੂੰ, ਠੀਕ ਹੈ ਪੁਰਾਣੇ ਬੰਦਿਆਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ, ਸਿਆਣੇ ਬੰਦਿਆਂ ਨੂੰ ਰਹਿਣਾ ਚਾਹੀਦਾ, ਪਰ ਨਾਲ ਨਵੇਂ ਲੋਕ ਵੀ ਲਿਆਉਣੇ ਚਾਹੀਦੇ ਨਾ। ਕਿਉਂਕਿ ਹੁਣ ਜ਼ਮਾਨਾ ਬਦਲ ਗਿਆ। ਸਾਡੀ ਹੁਣ ਮੇਰੀ ਏਜ ਜੇ ਆਪਾਂ 20 ਸਾਲ ਦੀ ਏਜ ਨਾਲ ਗੱਲ ਕਰ ਲਈਏ ਤੇ ਉਹ ਚੀਜ਼ ਫਰਕ ਹੈ ਨਾ। 20 ਸਾਲ ਵਾਲਾ ਕੁਛ ਹੋਰ ਸੋਚ ਰਿਹਾ ਤੇ ਆਪਾਂ 20 ਸਾਲ ਵਾਲੇ ਨੂੰ ਵੀ ਨਾਲ ਜੋੜੀਏ ਨਾ, ਉਹਦੀ ਸੋਚ ਵੀ ਚੱਲੇ।
40-50 ਸਾਲਾਂ ਦੀ ਸੋਚ ਵੀ ਚੱਲੇ ਤੇ 60-70 ਵਾਲੇ ਦੀ ਵੀ ਚੱਲੇ। ਇਹ ਤਿੰਨੋਂ ਚੀਜ਼ਾਂ 'ਤੇ ਆਪਾਂ ਨੂੰ ਕੰਮ ਕਰਨ ਦੀ ਜ਼ਰੂਰਤ ਹੈ। ਮੈਂ ਸਮਝਦਾ ਅਕਾਲੀ ਦਲ ਇਸ ਗੱਲ ਤੋਂ ਖੁੰਝ ਗਈ ਹੈ। ਕਾਂਗਰਸ ਅੱਜ ਤੁਸੀਂ ਗੁਲਾਮ ਨਬੀ ਆਜ਼ਾਦ ਹੀ ਹੋ ਗਏ ਆ, ਉਹਨਾਂ ਤੋਂ 50 ਸਾਲ ਲੀਡਰਸ਼ਿਪ 'ਚ ਰਹੇ। ਇਹ ਕਿਤੇ ਨਾ ਕਿਤੇ ਜੇ ਮੈਂ ਸਮਝਦਾ ਕਮੀ ਆਪਣੀ ਪਾਰਟੀ ਆਪਣੀ ਆਈਡੀਓਲੋਜੀ ਦੇ ਹੁੰਦੀ ਹੈ। ਭਾਰਤੀ ਜਨਤਾ ਪਾਰਟੀ ਇੱਕ ਆਈਡੀਓਲੋਜੀ 'ਤੇ ਕੰਮ ਕਰਦੀ ਹੈ, ਸਮਾਜ ਦੀ ਸੇਵਾ। ਕੋਸ਼ਾ ਜੀ, ਤੁਸੀਂ ਵੀ ਅਕਾਲੀ ਦਲ ਦੇ ਵੱਡੇ ਅਹੁਦੇ ਰਹੇ ਨੇ, ਤੁਹਾਡੇ ਕੋਲ ਜੁੜੇ ਰਹੇ ਹੋ, ਮਤਲਬ ਕਾਫੀ ਸਮਾਂ ਤੁਸੀਂ ਜੋ ਹੈ ਅਕਾਲੀ ਦਲ ਵਿੱਚ ਬਤੀਤ ਕੀਤਾ ਹੈ। ਉਹ ਤੋਂ ਅਲੱਗ ਹੋ ਕੇ ਹੁਣ ਕਿੰਨਾ ਕੁ ਤੁਸੀਂ ਆਪਣੇ ਆਪ ਨੂੰ ਮਤਲਬ ਵਧੀਆ ਜਦ ਮੈਂ ਜਿਹੜੇ ਮਰਜ਼ੀ ਅਹੁਦੇ 'ਤੇ ਰਿਹਾ, ਮੈਨੂੰ ਕਿਸੇ ਅਹੁਦੇ ਦਾ ਰੰਗ ਨਹੀਂ ਚੜਿਆ। ਜੇ ਲੋਕਡਾਊਨ ਆਇਆ ਤਾਂ ਮੈਂ ਆਪਣਾ ਕੰਮ ਕੀਤਾ, ਜੋ ਮੇਰਾ ਫਰਜ਼ ਬਣਦਾ ਸੀ, ਮੈਂ ਆਪਣਾ ਫਰਜ਼ ਪੂਰਾ ਕੀਤਾ। ਮੈਂ ਸਮਝਦਾ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ 'ਚ ਇੰਨਾ ਹੀ ਫਰਕ ਹੈ, ਇੱਥੇ ਪਰਿਵਾਰਵਾਦ ਨਹੀਂ ਹੈ। ਭਾਰਤੀ ਜਨਤਾ ਪਾਰਟੀ 'ਚ ਇੱਥੇ ਕੰਮ ਕਰਨ ਦੀ ਵੈਲਿਊ ਹੈ, ਕੰਮ ਕਰਨ ਵਾਲੇ ਬੰਦੇ ਅੱਗੇ ਜਾਂਦੇ ਆ। ਪਾਰਟੀਆਂ ਵੱਡੀਆਂ ਨਹੀਂ ਹੁੰਦੀਆਂ, ਬੰਦਿਆਂ ਦੇ ਇਨਸਾਨ ਦੇ ਕਿਰਦਾਰ ਵੱਡੇ ਹੁੰਦੇ। ਪਾਰਟੀਆਂ ਦੀਆਂ ਆਈਡੀਓਲੋਜੀਆਂ ਵੱਡੀਆਂ ਹੁੰਦੀਆਂ, ਉਹਨਾਂ ਦਾ ਵੀ ਕਿਸ ਲਾਈਨ 'ਤੇ ਆਪਾਂ ਚੱਲ ਰਹੇ ਹਾਂ। ਅਤੇ ਭਾਰਤੀ ਜਨਤਾ ਪਾਰਟੀ ਮੈਂ ਸਮਝਦਾ ਬਹੁਤ ਸਮੁੰਦਰ ਪਾਰਟੀ ਹੈ, ਜਿਹੜੀ ਸਮਾਜ ਦੇ ਭਲੇ ਲਈ ਕੰਮ ਕਰਦੀ ਹੈ। ਪਰਿਵਾਰਵਾਦ ਜਾਂ ਆਪਣੀ ਵਿਅਕਤੀ ਵਿਸ਼ੇਸ਼ ਲਈ ਕੰਮ ਨਹੀਂ ਕਰਦੀ, ਆਪਣੇ ਦੇਸ਼ ਲਈ ਕੰਮ ਕਰ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਹਰਿਆਣਾ ਜਿਹੜੀ ਪਾਰਟੀ ਬਣੀ ਉਸ ਨੂੰ ਹੁਣ ਤੁਸੀਂ ਕਿੱਦਾਂ ਦੇਖਦੇ ਹੋ? ਕਿਸ ਤਰ੍ਹਾਂ ਦੇ ਮਤਲਬ ਉਹਨਾਂ ਨੇ ਉਮੀਦਾਂ ਕੀਤੀਆਂ ਜਾ ਰਹੀਆਂ ਨੇ ਕਿ ਉਹ ਜੋ ਹੈ ਆਪਣੇ ਧਰਮ ਲਈ ਜਾਂ ਜੋ ਕੰਮ ਕਰਨਗੇ, ਆਪਣੇ ਲੋਕਾਂ ਲਈ ਕੰਮ ਕਰਨਗੇ? ਦੇਖੋ, ਮੈਂ ਜਿਹੜੀ ਉਹ ਹਰਿਆਣੇ 'ਚ ਕਮੇਟੀ ਬਣੀ ਹੈ, ਮੈਂ ਉਹਨਾਂ ਨੂੰ ਇੱਕ ਬੇਨਤੀ ਕਰਾਂਗਾ ਕਿ ਜਿਹੜੇ ਲੋਕ ਸਾਡੇ ਤੋਂ ਚਾਹੁੰਦੇ ਆ, ਜਿਹੜੇ ਲੋਕ ਚਾਹੁੰਦੇ ਆ ਕਿ ਅਸੀਂ ਆਪਣੇ ਪੰਥ ਦੀ, ਆਪਣੇ ਸਮਾਜ ਦੀ, ਆਪਣੇ ਸਿੱਖ ਕੌਮ ਦੀ ਸੇਵਾ ਕਰੀਏ, ਤਾਂ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਸਿੱਖ ਕੌਮ ਦੀ ਸੇਵਾ ਵਿੱਚ ਲਾਈਏ। ਅਹੁਦਿਆਂ ਦੀ ਲੜਾਈ ਤੱਕ ਨਾ ਜਾਈਏ। ਅਹੁਦੇ ਆਪਣੇ ਆਪ ਭੱਜੇ ਆਉਣਗੇ, ਅਹੁਦੇ ਭੱਜੇ ਆਉਂਦੇ ਆ। ਅਹੁਦੇ ਵੱਡੀਆਂ ਚੀਜ਼ ਨਹੀਂ ਹੁੰਦੀਆਂ। ਜਦੋਂ ਆਪਾਂ ਚੰਗਾ ਕੰਮ ਕਰਦੇ ਆ ਨਾ, ਆਪਾਂ ਨੂੰ ਰੌਲਾ ਪਾਉਣ ਦੀ ਲੋੜ ਨਹੀਂ ਪੈਂਦੀ। ਤੁਹਾਡੀ ਕਾਮਯਾਬੀ, ਤੁਹਾਡੇ ਕੰਮ ਕਰਨ ਦਾ ਤਰੀਕਾ ਆਪੇ ਰੌਲਾ ਪਾ ਦਿੰਦੀ ਹੈ। ਅਤੇ ਇਸ ਕਰਕੇ ਬੇਨਤੀ ਕਰਾਂਗਾ ਹਰਿਆਣੇ ਵਾਲੇ ਜਿਹੜੀ ਕਮੇਟੀ ਲੱਗ ਹੋਈ ਆ, ਸ਼ੁਭ ਕਾਮਨਾਵਾਂ ਦੇਵਾਂਗਾ ਵੀ ਚੰਗੇ ਤਰੀਕੇ ਨਾਲ ਕੰਮ ਕਰੋ, ਤਾਂ ਜੋ ਸਮਾਜ ਦੇ ਵਿੱਚ ਜਿਹੜਾ ਗੁਰੂ ਸਾਹਿਬ ਦਾ ਨਿਰੋਇਆ ਸਮਾਜ ਦੀ ਗੱਲ ਕੀਤੀ ਉਹਦੀ ਰਚਨਾ ਕਰ ਸਕੀਏ। ਇਹ ਅਕਾਲੀ ਦਲ ਦੀ ਜਿਹੜੀ ਆ ਪਾਰਟੀ, ਜਿਹੜੀ ਇੱਕ ਸਮਝੋ ਵਿੱਚੋਂ ਅੱਡ ਹੋ ਕੇ ਇੱਕ ਹਰਿਆਣਾ ਦੇ ਵਿੱਚ ਅਕਾਲੀ ਦਲ ਹਰਿਆਣਾ ਬਣ ਗਿਆ ਵਾ। ਅਤੇ ਲੁਧਿਆਣੇ ਦੀ ਪੰਜਾਬ ਦੀ ਜਿਹੜੀ ਅਕਾਲੀ ਪਾਰਟੀ ਆ, ਅਕਾਲੀ ਦਲ ਹੈ, ਉਹਦੇ ਵਾਸਤੇ ਤਾਂ ਇਹ ਇੱਕ ਤਰ੍ਹਾਂ ਦੇ ਨਾਲ ਦੁਖਦਾਈ ਖਬਰ ਹੈ ਕਿ ਪਹਿਲਾਂ ਦਿੱਲੀ ਦੇ ਵਿੱਚ ਪਾਰਟੀ ਅਲੱਗ ਹੋ ਗਈ, ਉੱਥੇ ਅਕਾਲੀ ਦਲ ਦਿੱਲੀ ਬਣ ਗਿਆ, ਹੁਣ ਅਕਾਲੀ ਦਲ ਹਰਿਆਣਾ ਬਣ ਗਿਆ। ਉਸ ਤੋਂ ਪਹਿਲਾਂ ਅਕਾਲੀ ਦਲ ਬਾਦਲ ਦੇ ਨਾਲ ਅਕਾਲੀ ਦਲ ਟੋੜਾ ਵੀ ਸ਼ਾਇਦ ਇੱਕ ਵਾਰੀ ਬਣ ਗਿਆ ਸੀ, ਕੁਛ ਇਸ ਤਰ੍ਹਾਂ ਦੇ ਨਾਲ ਅਲੱਗ-ਅਲੱਗ ਅਕਾਲੀ ਦਲ ਦੇ ਵਿੱਚੋਂ ਜੇਕਰ ਇੱਦਾਂ ਟੁੱਟ ਕੇ ਬੰਦੇ ਦੂਸਰੇ ਆਪਣੀਆਂ ਅਕਾਲੀ ਦਲ ਦੇ ਨਾਮ ਦੇ ਉੱਤੇ ਪਾਰਟੀਆਂ ਬਣਾਈ ਜਾਣਗੇ, ਅਤੇ ਉਹਦਾ ਕਿਤੇ ਨਾ ਕਿਤੇ ਜਿਹੜੇ ਅਕਾਲੀ ਦਲ ਜਿਹੜਾ ਬਾਦਲ ਹੈ ਉਹਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਵਾ, ਔਰ ਨੁਕਸਾਨ ਹੋਇਆ ਵੀ ਆ। ਅਤੇ ਸੋ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਅਕਾਲੀ ਦਲ ਨੂੰ ਇਹ ਸੋਚਣਾ ਚਾਹੀਦਾ ਵੀ ਕਿੱਥੇ ਕਿਹੜੀ ਕਮੀ ਸਾਡੇ ਵਿੱਚ ਹੈਗੀ ਆ, ਕਿੱਥੇ ਕਮੀ ਆ, ਉਹਨੂੰ ਦੂਰ ਕਰਨਾ ਚਾਹੀਦਾ। ਅਕਾਲੀ ਦਲ ਸ਼੍ਰੋਮਣੀ ਪੰਜਾਬ ਦਾ ਕਾਫੀ ਕੁਰਬਾਨੀਆਂ ਦੇ ਬਾਅਦ ਜਿਹੜਾ ਬਣਿਆ ਸੀ ਜੀ ਹੁਣ ਹਰਿਆਣਾ ਵਿੱਚ ਬਣ ਗਿਆ ਕਿ ਕੁਰਬਾਨੀਆਂ ਉਸ ਤਰ੍ਹਾਂ ਦੀ ਕੁਰਬਾਨੀ ਦੇ ਪਾਉਂਦੇ? ਇਹ ਤਾਂ ਨਹੀਂ, ਕੁਛ ਨਾ ਜੀ, ਮੌਕਾ ਪ੍ਰਸਤ ਲੀਡਰ ਹੁੰਦੇ ਆ। ਮੰਨ ਲਓ ਕਿਸੇ ਨੂੰ ਟਿਕਟ ਨਹੀਂ ਮਿਲੀ, ਜਾਂ ਅਗਰ ਮੰਨ ਲਓ ਕਿਸੇ ਟਾਈਮ ਕੋਈ ਆਪਦਾ ਵੱਡਾ ਪਾਰਟੀ ਪ੍ਰਧਾਨ ਆ, ਜਿਵੇਂ ਮੰਨ ਲਓ ਸੁਖਬੀਰ ਬਾਦਲ ਜੀ ਇਸ ਟਾਈਮ ਪਾਰਟੀ ਪ੍ਰਧਾਨ ਨੇ, ਅਗਰ ਉਹਨਾਂ 'ਤੇ ਕੋਈ ਮਾੜਾ ਟਾਈਮ ਆਇਆ ਤੇ ਉਹਨਾਂ ਨੂੰ ਛੱਡ ਕੇ ਜਿਹੜੇ ਆ ਦੂਸਰੇ ਬੰਦੇ ਭੱਜ ਕੇ ਹੋਰ ਪਾਸੇ ਚਲੇ ਜਾਂਦੇ ਆ। ਕੁਝ ਬੰਦੇ ਭੱਜ ਕੇ ਬੀਜੇਪੀ 'ਚ ਚਲੇ ਗਏ, ਕੁਝ ਕਾਂਗਰਸ 'ਚ, ਕੁਝ ਆਮ ਆਦਮੀ ਪਾਰਟੀ 'ਚ। ਹੁਣ ਕੁਝ ਕਹਿੰਦੇ ਨੇ, ਕੁਝ ਇੱਦਾਂ ਦੇ ਹੁੰਦੇ ਜਿਹੜੇ ਆਪਣੇ ਆਪ ਨੂੰ ਅਕਾਲੀ ਹੀ ਅਖਵਾਉਣਾ ਚਾਹੁੰਦੇ ਆ। ਉਹਨਾਂ ਨੇ ਇਹ ਸੋਚਿਆ ਕਿ ਅਸੀਂ ਦੂਸਰੀ ਪਾਰਟੀਆਂ ਵਿੱਚ ਨਾ ਜਾਈਏ, ਸਗੋਂ ਆਪਣਾ ਹੀ ਅਲੱਗ ਅਕਾਲੀ ਦਲ ਬਣਾ ਲਈਏ। ਜਿਵੇਂ ਅਕਾਲੀ ਦਲ ਸਿਮਰਨਜੀਤ ਸਿੰਘ ਹੈ, ਸਿਮਰਨਜੀਤ ਸਿੰਘ ਮਾਨ ਅਕਾਲੀ ਦਲ, ਇੱਦਾਂ ਹੀ ਇਹ ਜਿਹੜੇ ਅਕਾਲੀ ਦਲ ਦੇ ਵਿੱਚ ਗਏ ਨੇ, ਉਹ ਜੋ ਵੀ ਚੀਜ਼ ਆ ਉਹ ਤੁਹਾਡੇ ਸਾਹਮਣੇ ਹੈ ਤਾਂ ਗਲਤ ਹੈ, ਅਕਾਲੀ ਦਲ ਵਾਸਤੇ ਤਾਂ ਗਲਤ ਹੈ। ਹੁਣ ਇਹ ਕੋਸ਼ਿਸ਼ ਇਹ ਕਰਨੀ ਚਾਹੀਦੀ ਆ ਵੀ ਅਕਾਲੀ ਦਲ ਨੂੰ ਵੀ ਕਿਸੇ ਤਰੀਕੇ ਨਾਲ ਜਿਹੜੇ ਹੁਣ ਪਾਰਟੀ ਦੇ ਪੁਰਾਣੇ ਵਰਕਰ ਆ, ਪੁਰਾਣੇ ਜਿਹੜੇ ਲੀਡਰ ਸਾਹਿਬਾਨ ਨੇ, ਉਹਨਾਂ ਨੂੰ ਪੂਰਾ ਆਪਣਾ ਨਾਲ ਲੈ ਕੇ ਚੱਲਣ, ਤਾਂ ਕਿ ਪਾਰਟੀ ਦਾ ਹੋਰ ਨੁਕਸਾਨ ਨਾ ਹੋਵੇ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੁਖਬੀਰ ਬਾਦਲ ਪ੍ਰਧਾਨ ਨੇ ਨਾਰਾਜ਼ਗੀ ਕਾਫੀ ਉਹਨਾਂ ਤੋਂ ਵੀ ਮਤਲਬ ਸੀਟ ਤੋਂ ਥੱਲੇ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਕਾਫੀ ਹੰਗਾਮਾ ਰਿਹਾ। ਹਾਂਜੀ, ਉਹਨੂੰ ਕਿੱਦਾਂ ਦੇਖ ਲਓ ਕਿ ਉਹਨਾਂ ਦੀ ਕहीं ਨਾ ਕहीं ਮਤਲਬ ਸੰਭਾਲ ਨਹੀਂ ਪਾ ਰਿਹਾ ਅਕਾਲੀ ਦਲ ਨੂੰ, ਇਸ ਲਈ ਨਾਰਾਜ਼ਗੀ? ਦੇਖੋ ਜੀ, ਆਪਾਂ ਇਹ ਨਹੀਂ ਕਹਿ ਸਕਦੇ ਨਹੀਂ ਸੰਭਾਲ ਪਾ ਰਿਹਾ। ਜਦੋਂ 10 ਸਾਲ ਅਕਾਲੀ ਦਲ ਨੇ ਰਾਜ ਕੀਤਾ ਵਾ, ਅਤੇ ਉਹ 10 ਸਾਲ ਦੇ ਵਿੱਚ ਵੀ ਪ੍ਰਧਾਨ ਇੱਕ ਤਰ੍ਹਾਂ ਦਾ ਸੁਖਬੀਰ ਬਾਦਲ ਸਾਹਿਬ ਹੀ ਸੀਗੇ, ਅਤੇ ਵੱਡੇ ਬਾਦਲ ਸਾਹਿਬ ਨੇ ਹੀ ਰਾਜ ਕੀਤਾ। ਉਦੋਂ ਤਾਂ ਅਕਾਲੀ ਦਲ ਇਹੀ ਸਾਰੇ ਲੀਡਰ ਸੀਗੇ, ਉਹੀ ਮਨਿੰਦਰਜੀਤ ਸਿਰਸਾ ਸੀ, ਅਤੇ ਉਹੀ ਇੱਧਰਲੇ ਬੰਦੇ ਸੀ ਜਿਹੜੇ ਹੁਣ ਹਰਿਆਣਾ ਵਿੱਚ ਚਲੇ ਗਏ ਨੇ, ਆਪਣੀ ਅਲੱਗ ਪਾਰਟੀ ਬਣਾ ਰਹੀ ਹੈ। ਉਦੋਂ ਇਹ ਸਾਰੇ ਸੁਖਬੀਰ ਬਾਦਲ ਦੇ ਨਾਲ ਸੀ, ਉਹਨਾਂ ਦੇ ਪੈਰਾਂ ਦੇ ਹੇਠਾਂ ਆਪਣੇ ਹੱਥ ਵੀ ਧਰਦੇ ਸੀ। ਅਤੇ ਉਹੀ ਸੁਖਬੀਰ ਬਾਦਲ ਨੇ, ਇੱਦਾਂ ਦੀ ਗੱਲ ਕੋਈ ਨਹੀਂ ਹੈ, ਬੰਦਾ ਉਹੀ ਹੁੰਦਾ ਵਾ ਕਿ ਟਾਈਮ ਬਦਲ ਜਾਂਦਾ। ਇਸ ਵਾਰੀ ਚੰਗੇ ਜਿਹੜੇ ਧੁਰੰਧਰ ਹੈ ਉਹੀ ਹਾਰ ਗਏ ਨੇ, ਅਤੇ ਅਕਾਲੀ ਦਲ ਇਕੱਲਾ ਕੀ ਕਰ ਲੂਗਾ। ਹੁਣ ਇਹ 92 ਸੀਟਾਂ ਜੇਕਰ ਆਮ ਆਦਮੀ ਪਾਰਟੀ ਨੇ ਲਈਆਂ ਨਾ, ਉਹ ਇੱਕ ਲਹਿਰ ਸੀ ਆਮ ਆਦਮੀ ਪਾਰਟੀ ਦੀ। ਆਮ ਆਦਮੀ ਪਾਰਟੀ ਦੇ ਵਿੱਚ 92 ਲੀਡਰਾਂ ਦੇ ਵਿੱਚੋਂ ਘੱਟੋ ਘੱਟ 60 ਲੀਡਰ ਤਾਂ ਕਾਂਗਰਸੀ ਨੇ, ਪੁਰਾਣੇ, ਜਿਨ੍ਹਾਂ ਨੂੰ 2 ਸਾਲ ਤੇ 4 ਸਾਲ ਪਿਛੋਕੜ ਪਿਛਲਾ ਦੇਖ ਲਓ, ਸਿਰਫ 2-4 ਸਾਲ।
ਉਹ ਜੱਦੀ ਪੁਸ਼ਤੀ ਨਹੀਂ ਮੈਂ ਗੱਲ ਕਰ ਰਿਹਾ, 2-4 ਸਾਲ ਪਹਿਲਾਂ ਕਾਂਗਰਸੀ ਸੀਗੇ। ਮੀਨਸ ਇਹ ਚੀਜ਼ ਇਹ ਨਾ ਆਪਾਂ ਕਹੀਏ ਕਿ ਆਮ ਆਦਮੀ ਪਾਰਟੀ ਜਿੱਤ ਗਈ ਹੈ। ਆਮ ਆਦਮੀ ਪਾਰਟੀ ਦੀ ਇੱਕ ਲਹਿਰ ਸੀ, ਲੋਕਾਂ ਦੀ ਜਿਹੜੀ ਨਾਰਾਜ਼ਗੀ ਸੀ ਉਹ ਪਹਿਲਾਂ ਸੀਗੀ ਬਾਦਲ ਸਰਕਾਰ ਤੋਂ, ਫਿਰ ਆ ਗਈ ਇਹਨਾਂ ਦੀ ਕਾਂਗਰਸ ਸਰਕਾਰ ਤੋਂ ਨਾਰਾਜ਼ਗੀ। ਇਹ ਨਾਰਾਜ਼ਗੀ ਨੂੰ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਭੁਨਾ ਲਿਆ, ਉਹਦੇ ਕਰਕੇ ਇਹਨਾਂ ਦੇ ਜਿਹੜੇ ਇੰਨੇ ਲੀਡਰ ਜਿੱਤ ਗਏ। ਇਸੇ ਤਰੀਕੇ ਨਾਲ ਅਗਰ ਮੈਂ ਅਕਾਲੀ ਦਲ 'ਤੇ ਵਾਪਸ ਆਵਾਂ ਤੁਹਾਡੇ ਸਵਾਲ 'ਤੇ, ਸੁਖਬੀਰ ਬਾਦਲ ਸਾਹਿਬ ਅੱਜ ਵੀ ਉਹੀ ਨੇ, ਕੱਲ੍ਹ ਵੀ ਉਹੀ ਸੀ। ਪਾਰਟੀ ਦਾ ਪ੍ਰਧਾਨ ਕੋਈ ਨਹੀਂ ਬਦਲਦਾ, ਜੋ ਉਹਦੀ ਮੈਂਟਲੀ ਐਬਿਲਿਟੀ ਹੁੰਦੀ ਆ ਉਹ ਉੱਥੇ ਹੀ ਰਹਿੰਦੀ ਆ। ਇਹ ਹੈ ਵੀ ਲੋਕਾਂ ਦੀ ਸੋਚਣ ਦੀ ਜਿਹੜੀ ਸ਼ਕਤੀ ਬਦਲ ਜਾਂਦੀ ਹੈ। ਤੁਸੀਂ ਵੀ ਅਕਾਲੀ ਦਲ ਨਾਲ ਜੁੜੇ ਹੋਏ ਹੋ ਜੀ, ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਅਕਾਲੀ ਦਲ ਨਾਲ ਹੀ ਜੁੜਿਆ ਜੀ। ਤੇ ਕਿੱਦਾਂ ਹੁਣ ਮਤਲਬ ਦੇਖ ਰਹੇ ਹੋ ਪੰਜਾਬ ਦੇ ਅਕਾਲੀ ਦਲ ਦੀ? ਮੈਂ ਇਹ ਦੇਖ ਰਿਹਾ ਵੀ ਅਕਾਲੀ ਦਲ ਦਾ ਬਹੁਤ ਨੁਕਸਾਨ ਹੋ ਚੁੱਕਾ ਵਾ। ਅਕਾਲੀ ਦਲ ਨੂੰ ਇਹ ਚਾਹੀਦਾ ਵਾ, ਜਿਵੇਂ ਮੰਨ ਲਓ ਪਿੱਛੇ ਜੇ ਕੋਈ ਬਰਗਾੜੀ ਕਾਂਡ ਹੋਇਆ ਸੀਗਾ ਜਾਂ ਕੋਈ ਇਸ ਤਰ੍ਹਾਂ ਦਾ, ਹੁਣ ਕੋਈ ਧਰਮ ਯੁੱਧ ਬੰਦੀ ਜਿਹੜੇ ਮੋਰਚੇ ਹੁੰਦੇ, ਬੰਦੀ ਸਿੰਘਾਂ ਵਾਲੇ ਮੋਰਚੇ ਆ, ਜਿਹੜੇ ਉਸ ਟਾਈਮ ਦੇ ਉੱਤੇ ਸਾਨੂੰ ਮੰਨ ਲਓ ਆਪਣੀ ਸਰਕਾਰ ਦੇ ਵਿੱਚ ਰਹਿੰਦੇ ਹੋਏ ਜਿਹੜੇ ਮੋਰਚੇ ਜਿਹੜੇ ਆਪਣਾ ਮੁੱਦੇ ਚੱਕਣੇ ਚਾਹੀਦੇ ਸੀਗੇ, ਉਸ ਟਾਈਮ ਸ਼ਾਇਦ ਸਾਡੇ ਕੋਲੋਂ ਬਰਾਬਰ ਨਹੀਂ ਚੱਕੇ ਗਏ। ਸਾਡੀ ਸੇਵਾ ਦੇ ਵਿੱਚ ਕੋਈ ਨਾ ਕੋਈ ਕਮੀ ਰਹਿ ਗਈ ਹੋਊਗੀ, ਜਿਹਦੇ ਕਰਕੇ ਮਤਲਬ ਇਹ ਜਿਹੜੀ ਪਾਰਟੀ ਆ ਉਹ ਪਿੱਛੇ ਚਲੇਗੀ। ਹੁਣ ਮੈਂ ਸੋਚਦਾ ਵੀ ਆਉਣ ਵਾਲਾ ਫਿਊਚਰ ਸਹੀ ਹੋਊਗਾ, ਹੌਲੀ ਹੌਲੀ ਵਧੂਗਾ ਜੀ, ਇਸ ਤੋਂ ਨੀਚੇ ਤਾਂ ਜਾਣ ਹੋ ਰਿਹਾ ਜੀ। ਹਰਿਆਣਾ ਦੀ ਗੱਲ ਕਰੀਏ, ਹਰਿਆਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਣਿਆ, ਹਾਂਜੀ, ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕਿਤੇ ਨਾ ਕਿਤੇ ਨੁਕਸਾਨ ਪਹੁੰਚਿਆ। ਜੀ ਨੁਕਸਾਨ ਪਹੁੰਚਿਆ ਜੀ, ਕਾਫੀ ਨੁਕਸਾਨ ਪਹੁੰਚਿਆ। ਉਮੀਦ ਹੈ ਇਹ ਨੁਕਸਾਨ ਦੀ ਭਰਪਾਈ ਜਿਹੜੀ ਆ ਉਹ ਕੀਤੀ ਜਾਊਗੀ ਕਿਸੇ ਤਰੀਕੇ ਵੀ। ਕਿ ਬੇਟਾ ਇਸ ਤਰ੍ਹਾਂ ਦੇ ਅਕਾਲੀ ਦਲ ਹੈ ਨਾ, ਵੇਖੋ ਕਿਤੇ ਟੌੜਾ ਅਕਾਲੀ ਦਲ ਵੀ ਬਣਿਆ ਸੀ, ਤਲਵੰਡੀ ਅਕਾਲੀ ਦਲ ਵੀ ਬਣਿਆ ਸੀ, ਠੀਕ ਹੈ, ਮੋਹਨ ਸਿੰਘ ਤੋੜ ਅਕਾਲੀ ਦਲ ਵੀ ਬਣਿਆ ਸੀ। ਪੰਜਾਬ ਦੇ ਵਿੱਚ ਕਈ ਅਕਾਲੀ ਦਲਾਂ ਦਾ ਇਸ ਤਰ੍ਹਾਂ ਹੋਂਦ ਦੇ ਵਿੱਚ ਆਏ ਨੇ, ਅਤੇ ਬਾਹਰਲੀਆਂ ਸਟੇਟਾਂ ਵੀ ਚਾਹੁੰਦੀਆਂ ਕਿ ਸਾਡੇ 'ਚ ਵੀ ਇਸ ਤਰ੍ਹਾਂ ਦੇ ਅਕਾਲੀ ਦਲ ਬਣੇ ਜਾਣ। ਇਹ ਸਾਰੀਆਂ ਰਾਜਨੀਤੀਆਂ ਨੇ, ਮਤਲਬ ਇਹ ਪੱਕੀ ਗੱਲ ਹੈ, ਕੋਈ ਭਲੇ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਪੈਦਾ ਨਹੀਂ ਹੋਈਆਂ। ਰਾਜਨੀਤੀ ਦੇ ਫਲ ਨੂੰ ਪ੍ਰਾਪਤ ਕਰਨ ਲਈ ਚੀਜ਼ਾਂ ਬਣਾਈਆਂ ਜਾਂਦੀਆਂ, ਪਰ ਇਹਦੇ ਨਾਲ ਪੰਜਾਬ ਦਾ ਨੁਕਸਾਨ ਬਹੁਤ ਹੁੰਦਾ, ਇਹ ਪੱਕੀ ਗੱਲ ਹੈ। ਪੰਜਾਬ ਦਾ ਨੁਕਸਾਨ ਜਦੋਂ ਹੁੰਦਾ ਹੈ ਤੇ ਉਹ ਤਾਂ ਅਸਹਿ ਹੈ। ਰਾਜਨੀਤੀ ਜਿਹੜੀ ਹੈਗੀ ਉਹ ਕਿਸੇ ਦਾ ਵੀ ਨੁਕਸਾਨ ਹੋ ਜਾਏ ਉਹਨੂੰ ਇੰਨਾ ਦਰਦ ਨਹੀਂ ਹੁੰਦਾ ਵੀ ਮੈਂ ਨੁਕਸਾਨ ਕਰਤਾ, ਪਰ ਉਹ ਆਪਦਾ ਨਿੱਜੀ ਲਾਹਾ ਲੈਣ ਨੂੰ ਜਿਹੜਾ ਕਿਸੇ ਪ੍ਰਕਾਰ ਦਾ ਵੀ ਕੋਈ ਕੰਮ ਕੀਤਾ ਜਾਂਦਾ ਉਹ ਬੜਾ ਦੁਖਦਾਈ ਹੈ। ਇਸ ਕਰਕੇ ਜਿੰਨੇ ਵੀ ਦਲ ਵਗੈਰਾ ਪੈਦਾ ਕੀਤੇ ਜਾਂਦੇ ਜਾਂ ਪੈਦਾ ਹੁੰਦੇ ਨੇ, ਪੈਦਾ ਕੀਤੇ ਵੀ ਜਾਂਦੇ ਹੁੰਦੇ ਆ, ਪੈਦਾ ਹੁੰਦੇ ਵੀ ਹੈ, ਇਹਦਾ ਪੰਜਾਬ ਨੂੰ ਵੀ ਨੁਕਸਾਨ ਹੈ ਤੇ ਸਿੱਖੀ ਨੂੰ ਵੀ ਨੁਕਸਾਨ ਹੈ। ਪਰ ਇੱਕ ਗੱਲ ਜ਼ਰੂਰ ਹੈ ਵੀ ਜਿਹੜਾ ਵੀ ਕੋਈ ਆਪਣੇ ਆਪ ਨੂੰ ਦਲ ਬਣਾਉਂਦਾ ਹੈ ਉਹ ਸਿੱਖੀ ਦਾ, ਪੰਜਾਬ ਦਾ, ਮਨੁੱਖਤਾ ਦਾ ਭਲਾ ਜ਼ਰੂਰ ਕਰੇ, ਨਿੱਜੀ ਲਾਹਿਆਂ ਨੂੰ ਉਹ ਘੱਟ ਪਹਿਲ ਦੇਵੇ। ਨੋ ਡਾਊਟ ਨਿੱਜੀ ਲਾਹਾ ਬਹੁਤ ਵੱਡੀ ਗੱਲ ਹੈ, ਪਰ ਨਿੱਜਤਾ ਵੱਡੀ ਨਹੀਂ ਹੁੰਦੀ, ਸੰਗਤ ਵੱਡੀ ਹੁੰਦੀ ਹੈ, ਲੋਕ ਭਲਾਈ ਵੱਡੀ ਹੁੰਦੀ ਹੈ। ਹੁਣ ਲੋਕ ਸਿਆਣੇ ਹੋ ਗਏ, ਲੋਕ ਭਲਾਈ ਨੂੰ ਅੱਗੇ ਰੱਖ ਕੇ ਤਾਂ ਇਹਨਾਂ ਨੂੰ ਮਾਨਤਾ ਦੇਣਗੇ। ਬਾਕੀ ਜਿਹੜੇ ਰਾਜਨੀਤਿਕ ਢੁੱਚਰਬਾਜ਼ੀ ਦੇ ਵਿੱਚੋਂ ਕੋਈ ਚੀਜ਼ ਪ੍ਰਾਪਤ ਨਹੀਂ ਹੁੰਦੀ, ਨੁਕਸਾਨ ਹੀ ਹੁੰਦਾ ਹੈ। ਉਹ ਨੁਕਸਾਨ ਕੋਈ ਵੀ ਦਲ ਬਣ ਕੇ ਪੰਜਾਬ ਦਾ, ਹਿੰਦੁਸਤਾਨ ਦਾ ਨੁਕਸਾਨ ਨਾ ਕਰੇ। ਬਾਦਲ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜੇ ਨੇ ਉਹਨਾਂ ਨੂੰ ਕਿਤੇ ਕਮਜ਼ੋਰ ਹੋਏ ਨੇ। ਨਹੀਂ ਵੇਖੋ, ਲੋਕਾਂ ਨੇ ਵੋਟਾਂ ਦੇ ਪਾਈਆਂ, ਜੇ ਲੋਕ ਇਹਨਾਂ ਨੂੰ ਜਿਤਾ ਦਿੰਦੇ ਤਾਂ ਬਹੁਤ ਤਕੜੇ ਹੋ ਜਾਣਾ ਸੀ, ਜੇ ਲੋਕਾਂ ਨੇ ਹਰਾ ਦਿੱਤੇ ਤਾਂ ਤਿੰਨ ਹੀ ਰਹਿ ਗਏ। ਇਹ ਤਾਂ ਲੋਕਾਂ 'ਤੇ ਨਿਰਭਰ ਕਰਦਾ ਨਾ, ਇਕੱਲੇ ਕਿਸੇ ਇੱਕ ਬੰਦੇ ਦੀ ਸ਼ਖਸੀਅਤ ਕੰਮ ਨਹੀਂ ਕਰਦੀ। ਲੋਕਾਂ ਨੇ ਹਰਾਤਾ, ਅੱਜ ਕਮਜ਼ੋਰ ਹੋ ਗਏ। ਜੇ ਲੋਕਾਂ ਦਾ ਭਰੋਸਾ ਜਿੱਤ ਜਾਣਗੇ ਲੋਕੀ ਤਗੜਾ ਕਰ ਦੇਣਗੇ, ਲੋਕਾਂ ਦਾ ਕਿਹੜਾ ਵਿਰੋਧ ਹੈ। ਕਮਜ਼ੋਰ ਹੋਣ ਦਾ ਕਾਰਨ ਕੀ ਮੰਨਦੇ? ਇਹ ਹੈ ਵੀ ਜਿੰਨੀ ਉਮੀਦ ਸੀ ਲੋਕਾਂ ਦੀ, ਦੇਖੋ ਕੋਈ ਪਾਰਟੀ ਅਦਰ ਦੈਨ ਅਕਾਲੀ ਦਲ ਕੋਈ ਕਿਸੇ ਪ੍ਰਕਾਰ ਦਾ ਗਲਤ ਕੰਮ ਕਰੇ ਨਾ ਤੇ ਉਹ ਲੋਕੀ ਕਹਿੰਦੇ ਯਾਰ ਇਹਨਾਂ ਦਾ ਕਰਨਾ ਹੀ ਸੀ। ਜੇ ਅਕਾਲੀ ਦਲ ਤੋਂ ਇਸ ਤਰ੍ਹਾਂ ਦੀਆਂ ਗਲਤੀਆਂ ਹੋ ਜਾਣ, ਲੋਕੀ ਕਹਿੰਦੇ ਅਕਾਲੀ ਦਲ ਨੇ ਵੀ ਇਹ ਗਲਤੀ ਕਰ ਲਈ, ਤੇ ਉਹਨਾਂ ਨੂੰ ਨਿਰਾਸ਼ਤਾ ਇਸ ਥੋੜ੍ਹੀ ਜਿਹੀ ਜ਼ਿਆਦਾ ਹੁੰਦੀ ਹੈ। ਇਸ ਕਰਕੇ ਜਿਹੜੀ ਹੋਣੀ ਚਾਹੀਦੀ ਸੀ ਪ੍ਰਾਪਤੀ ਉਹ ਪੰਜਾਬ ਦੀ ਹੋ ਨਾ ਸਕੀ, ਇਸ ਕਰਕੇ ਹਾਲਾਤ ਹੋਰ ਕੋਈ ਕਾਰਨ। ਹਰਿਆਣਾ ਵਿੱਚ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਣਿਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ, ਕਿਸ ਤਰ੍ਹਾਂ ਦੇ ਕੰਮ ਬੰਦ ਵਾਸਤੇ ਕਰਨੇ ਚਾਹੀਦੇ ਆ? ਦੇਖੋ ਜੀ, ਲੋਕ ਹਿੱਤਾਂ ਦੇ ਕੰਮ ਚਾਹਣ ਫਿਰ ਤਾਂ ਠੀਕ ਹੈ, ਜੇ ਰਾਜਨੀਤੀ ਕਰਨਗੇ ਫਿਰ ਤਾਂ ਉਹੀ ਪੁਰਾਣਾ ਰਾਗ ਹੈ, ਇੱਕ ਨਾ ਹੀ ਬਦਲਿਆ, ਨਾ ਬਦਲਣਾ ਤਾਂ ਕੋਈ ਨਹੀਂ ਫਰਕ ਪੈਂਦਾ ਨਾ। ਜੇ ਜਿਵੇਂ ਕਹਿੰਦੇ ਨੇ ਨਾ ਵੀ ਸੁੱਚਾ ਸਿੰਘ ਦਾ ਨਾਂ ਟੁੱਚਾ ਸਿੰਘ ਰੱਖਤਾ ਤੇ ਟੁੱਚਾ ਸਿੰਘ ਦਾ ਨਾਂ ਉੱਚਾ ਸਿੰਘ ਰੱਖਤਾ, ਨਾ ਤਾਂ ਕੋਈ ਫਰਕ ਨਹੀਂ ਪੈਂਦਾ, ਠੀਕ ਹੈ ਨਾ। ਨਾ ਨਹੀਂ ਬਦਲਣੇ ਚਾਹੀਦੇ, ਕੰਮ ਹੈ ਲੋਕ ਭਲਾਈ ਦੇ ਹੋਣ, ਫਿਰ ਸਭ ਕੁਝ ਠੀਕ ਠਾਕ ਹੋਏਗੀ। ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ D5 ਚੈਨਲ ਪੰਜਾਬੀ ਤੇ।
ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com। E5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।